ਜਦੋਂ ਤੋਂ ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਉਹਨਾਂ ਦੀ ਸਰਕਾਰ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਕੈਨੇਡਾ ਦੇ ਵਿੱਚ ਆਉਣਾ ਅਤੇ ਹਾਲ ਹੀ ਦੇ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਕੈਨੇਡਾ ਫੇਰੀ ਇਸ ਗੱਲ ਵੱਲ ਸੰਕੇਤ ਦੇ ਰਹੇ ਹਨ ਕਿ ਦੋਨੋਂ ਮੁਲਕ ਨਜ਼ਦੀਕੀਆਂ ਵਧਾਉਣ ਦੇ ਵੱਲ ਕੰਮ ਕਰ ਰਹੇ ਹਨ। पिछले कई सालों से हमारी रिलेशनशिप जो थी उसमें एक दूसरे के ऊपर इल्ज़ाम लगाने के अलावा कुछ हो नहीं रहा था। ये मामले को सुलझाने का तरीका नहीं है, तो सुलझाने के लिए अब मेरे ख्याल से रास्ता खुलेगा। सीनियर लेवल पे तभी आते हैं जब मामला कहीं पे एग्रीमेंट तक आ चुका हो, फिर फाइनल डिटेल डिसाइड करके वो लोग एग्री करते हैं। तो ये मुझे लगता है कि इससे रिलेशन में बहुत ही सुधार आएगा। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਦੋਨਾਂ ਮੁਲਕਾਂ ਦਰਮਿਆਨ ਖਟਾਸ ਪੈਦਾ ਹੋ ਗਈ ਸੀ। ਹਾਲਾਂਕਿ ਮੌਜੂਦਾ ਸਰਕਾਰ ਦੇ ਵੱਲੋਂ ਰਿਸ਼ਤਿਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ, ਪਰ ਭਾਰਤੀ ਭਾਈਚਾਰੇ ਉੱਪਰ ਕੁਝ ਸਮੇਂ ਤੋਂ ਹੋ ਰਹੇ ਹਮਲੇ ਦੋਵਾਂ ਮੁਲਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਨੂੰ ਮੁੱਖ ਰੱਖਦੇ ਹੋਏ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਅਜੀਤ ਡੋਵਾਲ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਅਤੇ ਦੋਵਾਂ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਵਿਚਕਾਰ ਸਹਿਯੋਗ ਵਧਾਉਣ ਦੇ ਲਈ ਇੱਕ ਸਾਂਝਾ ਕਾਰਜ ਯੋਜਨਾ ਉੱਤੇ सहमति जताई। उस कम्युनिकेशन में मैंने देखा कि फ्रॉड और इमिग्रेशन के रिलेटेड जो भी इश्यूज़ हैं उनके ऊपर भी बात हुई है। तो ये यहाँ के समाज के लिए एक बहुत बड़ा मुद्दा हो गया है कि भारत से जितने भी लोग आ रहे हैं उनमें कुछ सही हैं, कुछ सही नहीं हैं। तो उसके लिए दोनों में आपस में सहयोग हो तो ये टेंशन भी कम हो जाएगा, हमारे लिए अच्छी बात है। ਜਦਕਿ ਕੈਨੇਡਾ ਦੀਆਂ ਕੁਝ ਸਿੱਖ ਸੰਸਥਾਵਾਂ ਨੇ ਕੈਨੇਡਾ ਅਤੇ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਇਸ ਮੁਲਾਕਾਤ ਦੀ ਨਿੰਦਾ ਕੀਤੀ ਹੈ। ਸਿੱਖ ਫੈਡਰੇਸ਼ਨ ਸੰਸਥਾ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਸਿੱਖ ਕੈਨੇਡਾ ਸਰਕਾਰ ਦੇ ਵੱਲੋਂ ਅਜੀਤ ਡੋਵਾਲ ਦੀ ਮੇਜ਼ਬਾਨੀ ਕਰਨ ਦੇ ਫੈਸਲੇ ਉੱਤੇ ਗੰਭੀਰ ਚਿੰਤਾ ਜ਼ਾਹਿਰ ਕਰ ਰਹੇ ਹਨ ਅਤੇ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਜਾਂਚਾਂ ਜਾਰੀ ਹਨ, ਜਿਨ੍ਹਾਂ ਦੇ ਵਿੱਚ ਭਾਰਤੀ ਅਧਿਕਾਰੀਆਂ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਅਤੇ ਭਾਰਤ ਨੇ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਲਈ ਲਾਇਜ਼ਨ ਅਧਿਕਾਰੀ ਨਿਯੁਕਤ ਕਰਨ ਉੱਤੇ ਸਹਿਮਤੀ ਦਿੱਤੀ, ਜਿਸ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਤੇਜ਼ ਹੋਵੇਗਾ ਅਤੇ ਫੈਂਟਾਨਿਲ ਤਸਕਰੀ, ਸਾਈਬਰ ਸੁਰੱਖਿਆ, ਧੋਖਾਧੜੀ ਅਤੇ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ। ये एक्चुअली ना यहाँ पर कुछ लोगों को गलतफहमी है कि ये कोई नई बात है। मैं आपको मिसाल दूँ, कनाडा की जितनी भी एम्बेसी हैं दुनिया में वहाँ पर एक RCMP का बंदा होता है। किसी भी देश में जैसे कैनेडियन सिटीज़न के साथ कोई हादसा हो गया, कोई क्राइम हो गया, तो पुलिस हमारी वहाँ चाहिए, तो एक लाइजन ऑफिसर होता ही होता है। ये पिछले 2-2.5 साल में जो हमारे रिलेशन ख़राब हो गए थे उसके चलते सारे ऑफिसर्स को हटा दिया गया था। ਹਾਲਾਂਕਿ ਦਰਸ਼ਨ ਮਹਾਰਾਜਾ ਦੱਸਦੇ ਹਨ ਕਿ ਉਮੀਦ ਹੈ ਕਿ ਅਜਿਹੇ ਕਦਮਾਂ ਦੇ ਨਾਲ ਸੰਗਠਿਤ ਅਪਰਾਧ ਉੱਤੇ ਕੰਟਰੋਲ ਹੋਵੇਗਾ ਤੇ ਨਾਲ ਹੀ ਕੈਨੇਡਾ ਨੂੰ ਕਾਫੀ ਆਰਥਿਕ ਪੱਖੋਂ ਵੀ ਲਾਭ ਹੋਣ ਵਾਲਾ ਹੈ। उनको जो चाहिए वो हमारे पास है, ऑयल, गैस, दूसरे रिसोर्सेज है, पोटैश, यूरेनियम। तो 10 साल में $3-3.5 बिलियन का अगर सौदा हो जाता है तो सस्काचुआन प्रांत के लिए भी अच्छा है, कनाडा के लिए भी अच्छा है। तो जितने भी इंडिया को जो क्रिमिनल्स चाहिए कि भाई यहाँ हमने चार्ज लगाए हुए हैं, इन पर केस करना है, मुकदमा चलाना है, उनको वापस भेजें। तो ये सब होगा तो मेरे ख्याल से ये जो फिरौती की प्रॉब्लम है वो भी मेरे ख्याल से कम तो हो जाएगी। अमरजीत सिंह, ओमनी न्यूज़, ब्रैम्पटन।